ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਆਸਾ ਰਾਗ ਦੇ ਵਿੱਚ ਮਹੱਲੇ ਪਹਿਲੇ ਦੀ ਬਾਣੀ। ਕੱਲ ਆਪਾਂ ਵਿਚਾਰ ਰਹੇ ਸੀ ਗੁਰਮੁਖ ਨਿਰਮਲ ਮੈਲ ਨ ਲਾਗੈ, ਨਾਨਕ ਹਿਰਦੈ ਨਾਮ ਵੱਡੈ ਤੁਰ ਭਾਗੈ। ਜਿਹੜੇ ਗੁਰਮੁਖ ਨੇ ਉਹ ਨਿਰਮਲ ਨੇ, ਉਹਨਾਂ ਨੂੰ ਮੈਲ ਨਹੀਂ ਲੱਗਦੀ, ਉਹਨਾਂ ਦੇ ਹਿਰਦੇ ਵਿੱਚ ਨਾਮ ਵਸਿਆ ਹੈ, ਬੜ ਭਾਗੇ ਨੇ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅੱਗੇ ਸ਼ੁਰੂ ਕਰਦੇ ਹਾਂ। ਇਸ ਤੋਂ ਅੱਗੇ ਕੀਤਾ ਸੀ ਆਪਾਂ, ਇਸ ਤੋਂ ਅਗਲਾ ਸ਼ਬਦ ਵਿਚਾਰਿਆ ਸੀ, ਮਨ ਸੋ ਜੂਝ ਮਰੈ ਪ੍ਰਭ ਪਾਏ, ਮਨ ਸਾਮਨੈ ਸਮਾਏ। ਵੀ ਮਨ ਦੇ ਨਾਲ ਜਿਹੜਾ ਆਪਣੇ ਮਨ 'ਚ ਜੂਝਦਾ ਹੈ ਪੰਜਾਂ ਦੇ ਨਾਲ, ਗੁਰ ਦੇ ਗਿਆਨ ਦੁਆਰਾ, ਫਿਰ ਉਹ ਪ੍ਰਭੂ ਨੂੰ ਪਾਉਂਦਾ ਹੈ। ਆਪਾ ਖਤਮ ਹੋ ਜਾਂਦਾ ਹੈ, ਮਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਪ੍ਰਭੂ ਨੂੰ ਪਾਉਂਦਾ ਹੈ। ਫਿਰ ਉਸ ਪ੍ਰਭੂ 'ਤੇ ਪ੍ਰਭੂ ਉਸ 'ਤੇ ਕਿਰਪਾ ਕਰਦਾ ਹੈ। ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਪਾਏ ਲਿਵ ਲਾਏ। ਜਦੋਂ ਮਨ ਦਾ ਆਪਾ ਖਤਮ ਹੋ ਜਾਂਦਾ ਹੈ, ਮਨ ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਫਿਰ ਪ੍ਰਭੂ ਉਸ ਦੀ ਲਿਵ ਆਪਣੇ ਨਾਲ ਜੋੜ ਲੈਂਦਾ ਹੈ। ਪਹਿਲਾਂ ਮਨ ਨੂੰ ਗੁਰ ਦੇ ਸ਼ਬਦ ਦਾ, ਗੁਰ ਦਾ ਗਿਆਨ ਲੈ ਕੇ ਜੂਝਦਾ ਹੈ, ਅਭਿਆਸ ਕਰਦਾ ਹੈ, ਅਤੇ ਆਪਾ ਗਵਾ ਲੈਂਦਾ ਹੈ ਅਤੇ ਪ੍ਰਭੂ ਨੂੰ ਪਾ ਲੈਂਦਾ ਹੈ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਵਿਚਾਰਦੇ ਹਾਂ। ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਐਸਾ ਗੁਰਮਤਿ ਰਾਮਤ ਸਰੀਰਾ, ਹਰ ਭਜ ਮੇਰੇ ਮਨ ਗਹਿਰ ਗੰਭੀਰਾ। ਗੁਰਮਤਿ ਦਾ ਗਿਆਨ ਲੈ ਕੇ ਮਾਲਕ ਪ੍ਰਗਟ ਹੋ ਜਾਂਦਾ ਹੈ, ਹਰ ਥਾਂ ਰਮਿਆ ਦਿਸਦਾ ਹੈ, ਰੋਮ ਰੋਮ ਦੇ ਵਿੱਚ ਰਮਿਆ ਦਿਸਦਾ ਹੈ ਗੁਰ ਦੀ ਮੱਤ ਦੁਆਰਾ। ਐਸੀ ਗੁਰਮਤਿ ਹੈ। ਜਦੋਂ ਅਸੀਂ ਗੁਰ ਦੀ ਮੱਤ ਲੈ ਕੇ ਮਨ ਜੂਝਦਾ ਹੈ, ਆਪਾ ਗਵਾ ਲੈਂਦਾ ਹੈ, ਫਿਰ ਰੋਮ ਰੋਮ ਦੇ ਵਿੱਚ ਮਾਲਕ ਦਿਸਦਾ ਹੈ, ਜਿਹੜੀ ਗੁਰਮੁਖ ਦੀ ਅਵਸਥਾ ਹੈ। ਹਰ ਭਜ ਮੇਰੇ ਮਨ ਗਹਿਰ ਗੰਭੀਰਾ। ਫਿਰ ਉਸ ਗਹਿਰ ਗੰਭੀਰ ਪ੍ਰਭੂ ਨੂੰ ਮਨ ਭਜਦਾ ਹੈ। ਹੁਣ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ ਸ਼ਬਦ ਦੀ। ਕਿਸ ਕੋ ਕਹੈ ਸੁਣਾਵੈ, ਕਿਸ ਕੋ ਕਿਸ ਸਮਝਾਵੈ, ਸਮਝ ਰਹੇ ਕਿਸੇ ਪੜ੍ਹਾਵੈ, ਪੜ੍ਹ ਗੁਣ ਬੂਝੇ, ਸਤਿਗੁਰ ਸ਼ਬਦ ਸੰਤੋਖ ਰਹੇ। ਉਹ ਸਮਝਾਉਂਦੇ ਨੇ ਕਿ ਜਿਹੜੇ ਜੀਵ ਨੂੰ ਮਾਲਕ ਗੁਰ ਦੀ ਮੱਤ ਦੇ ਕੇ ਪ੍ਰਗਟ ਹੋ ਜਾਂਦਾ ਹੈ, ਜਿਹੜੇ ਉਸ ਨੂੰ ਜਾਣ ਲੈਂਦੇ ਨੇ, ਉਹ ਫਿਰ ਜੋ ਆਪ ਸਮਝੇ ਨੇ ਉਹੀ ਹੋਰਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰਦੇ ਨੇ, ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਮਨ ਸੰਤੋਖ ਦੇ ਵਿੱਚ ਆ ਕੇ ਕਿਸੇ ਪੜ੍ਹਾਵੈ, ਪੜ੍ਹ ਗੁਣ ਬੂਝੇ, ਸਤਿਗੁਰ ਸ਼ਬਦ ਸੰਤੋਖ ਰਹੇ।
ਸੱਚੇ ਗੁਰ ਦੇ ਸ਼ਬਦ ਨਾਲ ਜੁੜ ਕੇ ਮਨ ਸੰਤੋਖ ਦੇ ਵਿੱਚ ਹੈ, ਅਤੇ ਫਿਰ ਕਿਸੇ ਨੂੰ ਦੱਸਦਾ ਹੈ ਕਿਵੇਂ ਆਪਾਂ ਮਾਲਕ ਨੂੰ ਬੁੱਝਣਾ ਹੈ। ਉਹ ਗੁਣ ਦਿੰਦਾ ਹੈ, ਸੁਣਾਉਂਦਾ ਹੈ। ਜੇ ਕੋਈ ਸੁਣਨਾ ਚਾਹੁੰਦਾ ਹੈ, ਜੋ ਸਮਝਣਾ ਚਾਹੁੰਦਾ ਹੈ, ਉਸ ਨੂੰ ਸੁਣਾਉਂਦਾ ਹੈ, ਉਸ ਨੂੰ ਦੱਸਦਾ ਹੈ ਕਿ ਆਪ ਲਿਖਿਆ ਹੈ। ਕਿਉਂਕਿ ਵੇਦਾਂ ਗ੍ਰੰਥਾਂ ਵਿੱਚ ਸਤਿਗੁਰੂ ਦੀ ਬਾਣੀ ਦੇ ਵਿੱਚ ਜੋ ਗਿਆਨ ਬਖਸ਼ਿਆ ਹੈ, ਦਿੱਤਾ ਹੈ, ਉਹ ਵੀ ਸਮਝਾਉਂਦਾ ਹੈ। ਪਰ ਕਿਸੇ ਲਾਲਚ ਦੇ ਵਿੱਚ ਨਹੀਂ, ਸਿਰਫ ਇੱਕ ਉਪਕਾਰ ਦੇ ਤੌਰ 'ਤੇ, ਨਿਸ਼ਕਾਮ ਜਿਸ ਨੂੰ ਆਪਾਂ ਕਹਿੰਦੇ ਹਾਂ। ਅਨੰਤ ਤਰੰਗ ਹਰ ਭਗਤ ਹਰ ਰੰਗਾ, ਤੇ ਉਸ ਪ੍ਰਭੂ ਦੀ ਭਗਤੀ ਕਰਦਾ ਹੈ, ਉਹਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਅਨ ਦਿਨ ਸੂਚੇ ਹਰ ਗੁਣ ਸੰਗਾ, ਹਰੀ ਦੇ ਗੁਣ ਉਸ ਦੇ ਸੰਗੀ ਨੇ, ਪ੍ਰਭੂ ਉਸ ਦਾ ਸੰਗੀ ਹੈ। ਅਨ ਦਿਨ ਸੁੱਚਾ ਹੈ, ਕਿਉਂਕਿ ਮਨ ਨਿਰਮਲ ਹੋ ਗਿਆ, ਜਿਸ ਨੂੰ ਪ੍ਰਭੂ ਨੇ ਹਿਰਦੇ ਦੇ ਵਿੱਚ ਵਸ ਗਿਆ, ਜਿਸ ਦੇ ਉਸ ਦਾ ਸਦਾ ਸੰਗੀ ਹੈ, ਹਰ ਸਮੇਂ ਹਾਜ਼ਰ ਹਜ਼ੂਰ ਹੈ। ਇਸ ਕਰਕੇ ਉਹ ਮਨ ਵੀ ਸਦਾ ਨਿਰਮਲ ਹੈ, ਸੁੱਚਾ ਹੈ। ਮਿਥਿਆ ਜਨਮ ਸਾਕਤ ਸੰਸਾਰਾ, ਅਤੇ ਜਿਹੜਾ ਸੰਸਾਰ ਹੈ, ਸਾਕਤ ਲੋਕ ਨੇ, ਉਹਨਾਂ ਦਾ ਇਹ ਜਨਮ ਮਿਥਿਆ ਹੈ, ਝੂਠ ਹੈ, ਕਿਉਂਕਿ ਉਹਨਾਂ ਸੱਚ ਨੂੰ ਨਹੀਂ ਜਾਣਿਆ। ਰਾਮ ਭਗਤ ਜਨ ਰਹਿ ਨਿਰਾਰਾ, ਜਿਹੜਾ ਰਾਮ ਭਗਤ ਹੈ ਉਹ ਜਨ ਨਿਰਾਰਾ ਰਹਿੰਦਾ ਹੈ ਤ੍ਰੈ ਗੁਣਾਂ ਤੋਂ, ਕਿਉਂਕਿ ਜਿਹੜੇ ਜੀਵ 9 ਦਰਾਂ ਤੱਕ ਸੀਮਤ ਨੇ, ਤਨ ਤੱਕ ਸੀਮਤ ਨੇ, ਤਨ ਮਿਥਿਆ ਹੈ। ਮਿਥਿਆ ਤਨ, ਤਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਇਹਨਾਂ ਮਿਥਿਆ ਹੈ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ। ਅਤੇ ਜਿਹੜੇ ਭਗਤ ਨੇ, ਸਥਿਰ ਨੇ, ਜਿਹੜੇ ਪ੍ਰਭੂ ਦੇ ਚਰਨਾਂ ਨੂੰ ਜਪ ਜਪ ਜਿਉਂਦੇ ਨੇ, ਉਹ ਸਥਿਰ ਨੇ, ਥਿਰ ਹੋ ਜਾਂਦੇ ਨੇ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ, ਸੱਚ ਹੋ ਜਾਂਦੇ ਨੇ। ਅਤੇ ਜਿਹੜੇ ਸਾਕਤ ਨੇ, ਜਿਨ੍ਹਾਂ ਨੇ ਮਾਲਕ ਨੂੰ ਜਾਣਿਆ ਨਹੀਂ ਹੈ, ਭਗਤੀ ਨਹੀਂ ਕੀਤੀ, ਅਤੇ ਉਹ ਸਾਰਾ ਮਿਥਿਆ ਹੈ, ਕਿਉਂਕਿ ਉਹ ਸਰੀਰ ਤੱਕ ਸੀਮਤ ਨੇ, ਕੁਟੰਬ ਤੱਕ ਸੀਮਤ ਨੇ, ਮੋਹ ਮਾਨ ਦੇ ਵਿੱਚ ਚੱਲਦੇ ਨੇ, ਆਪਣਾ ਸਮਝਦੇ ਨੇ। ਅਤੇ ਜਿਹੜੇ ਭਗਤ ਨੇ ਉਸ ਪ੍ਰਭੂ ਦੇ ਭਾਣੇ ਵਿੱਚ ਚੱਲਦੇ ਨੇ, ਅਤੇ ਉਸੇ ਦਾ ਸਮਝਦੇ ਨੇ। ਇਸ ਕਰਕੇ ਉਹ ਨਿਰਾਰੇ ਨੇ, ਸੰਸਾਰ ਤੋਂ ਨਿਰਾਰੇ ਨੇ। ਸੂਚੀ ਕਾਇਆ ਹਰ ਗੁਣ ਗਾਇਆ, ਉਹਨਾਂ ਦੀ ਕਾਇਆ ਸੂਚੀ ਹੈ, ਕਿਉਂਕਿ ਆਪਣੀ ਕਾਇਆ 10 ਦੁਆਰਾਂ ਦੀ ਹੈ। ਸੂਚੀ ਕਾਇਆ ਕਦੋਂ ਹੋ ਜਾਂਦੀ ਸਾਡੀ? ਜਦੋਂ ਸਾਡਾ ਮਨ ਸੁੱਚਾ ਹੋ ਜਾਂਦਾ ਹੈ। ਫਿਰ ਇਹ ਕਾਇਆ ਵੀ ਸੁੱਚੀ ਹੈ। ਜੇ ਸਿਰਫ ਅਸੀਂ ਸਰੀਰ ਹੀ ਸੁੱਚਾ ਕਰਿਆ ਹੈ, ਮਨ ਸੁੱਚਾ ਨਹੀਂ ਹੈ, ਫਿਰ ਕਾਇਆ ਵੀ ਸੁੱਚੀ ਨਹੀਂ ਹੈ। ਜਿਸ ਨੂੰ ਆਪਾਂ ਪੜ੍ਹਦੇ ਹਾਂ ਰੋਜ਼ ਹੀ ਕਿ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, 3 ਜਨਮ ਜੂਏ ਹਾਰੇ। ਜਨਮ ਨੂੰ ਜੂਏ 'ਚ ਹਾਰ ਜਾਂਦੇ ਜਿਨ੍ਹਾਂ ਦਾ ਮਨ ਮੈਲਾ ਹੈ, ਤਨ ਨਿਰਮਲ ਹੈ, ਸਿਰਫ ਤਨ ਨੂੰ ਧੋਂਦੇ ਨੇ। ਫਿਰ ਅੱਗੇ ਪੜ੍ਹਦੇ ਹਾਂ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਬਾਹਰੋਂ ਤਾਂ ਨਿਰਮਲ ਹਾਂ ਜੇ ਮਨ ਨਿਰਮਲ ਹੈ। ਇਸ ਕਰਕੇ ਜਿਹੜੇ ਭਗਤ ਨੇ ਹਰੀ ਦੇ, ਜਿਹੜੇ ਨਿਰਾਰੇ ਰਹਿੰਦੇ ਨੇ ਤ੍ਰੈ ਗੁਣਾਂ ਤੋਂ, ਜਿਨ੍ਹਾਂ ਦਾ ਮਨ ਨਿਰਮਲ ਹੈ, ਉਹਨਾਂ ਦੀ ਕਾਇਆ ਵੀ ਸੁਚੀ ਹੈ, ਬਾਹਰੋਂ ਵੀ ਨਿਰਮਲ ਨੇ। ਉਹ ਫਿਰ ਹਰੀ ਦੇ ਗੁਣ ਗਾਉਂਦੇ ਨੇ। ਕਿੱਥੇ ਗਾਉਂਦੇ ਨੇ? ਸਹਿਜ ਘਰ ਦੇ ਵਿੱਚ।
ਇਹ ਸਾਚਾ ਸੋਹਿਲਾ ਸਾਚੇ ਘਰ ਗਾਵੇ। ਸੱਚੇ ਘਰ ਦੇ ਵਿੱਚ ਬੈਠ ਕੇ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ। ਆਤਮ ਚੀਨ ਰਹੇ ਲਿਵਲਾਇਆ, ਕਿਉਂਕਿ ਉਹਨਾਂ ਆਤਮ ਨੂੰ ਚੀਨ ਲਿਆ ਹੈ। ਮਨ ਆਤਮ ਰੂਪ ਹੋ ਗਿਆ ਹੈ, ਆਤਮ ਸਮਾ ਗਿਆ ਹੈ ਤੇ ਲਿਵ ਜੋੜੀ ਹੈ। ਇਸ ਕਰਕੇ ਉਹ ਸੱਚੇ ਸੁੱਚੇ ਨੇ ਤੇ ਸੱਚੇ ਘਰ ਵਿੱਚ ਬੈਠ ਕੇ ਹਰੀ ਦੇ ਗੁਣ ਗਾਉਂਦੇ ਨੇ। ਆਦ ਅਪਾਰ ਅਪਰੰਪਰ ਹੀਰਾ, ਉਹ ਪ੍ਰਭੂ ਜਿਹੜਾ ਆਦ ਤੋਂ ਹੈ, ਜਿਹੜਾ ਅਪਾਰ ਹੈ ਤੇ ਹਮੇਸ਼ਾ ਹੀ ਹੈ, ਹਰ ਸਮੇਂ ਹਰ ਵਕਤ ਰਹਿਣ ਵਾਲਾ ਹੈ, ਜੋ ਹੀਰਾ ਹੈ, ਜੋ ਅਮੁੱਲਕ ਹੈ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਉਹ ਹਰੀ ਪਰਮੇਸ਼ਰ ਜੋ ਹੀਰਾ ਹੈ, ਲਾਲ ਰੱਤਾ ਮੇਰਾ ਮਨ ਤੀਰਾ। ਤੇ ਇੱਥੇ ਸਤਿਗੁਰ ਸਮਝਾਉਂਦੇ ਨੇ ਕਿ ਸਾਡਾ ਮਨ ਉਸ ਦੇ ਵਿੱਚ ਰਤਿਆ ਹੈ, ਧੀਰਜ ਦੇ ਵਿੱਚ ਹੈ। ਫਿਰ ਜਾ ਕੇ ਉਸ ਪ੍ਰਭੂ ਦਾ ਗੁਣ ਗਾਉਂਦਾ ਹੈ, ਕਿਉਂਕਿ ਉੱਥੇ ਫਿਰ ਕਾਇਆ ਸੁੱਚੀ ਹੋ ਜਾਂਦੀ ਹੈ। ਕਥਨੀ ਕਹੈ ਕਹੈ ਸੇ ਮੂਏ, ਇੱਕ ਪਾਸੇ ਨੇ ਸਿਰਫ ਕਥਾ ਕਹਾਣੀਆਂ ਤੱਕ ਸੀਮਤ ਨੇ, ਉਸ ਵਿੱਚ ਸਮਾਉਂਦੇ ਨਹੀਂ, ਉਸ ਦੇ ਰੰਗ ਦੇ ਵਿੱਚ ਰਤੇ ਨਹੀਂ ਜਾਂਦੇ, ਗੁਰ ਦੀ ਮਤ ਨਹੀਂ ਲੈਂਦੇ। ਇਸ ਕਰਕੇ ਐਸੇ ਜੀਵਾਂ ਬਾਰੇ ਫਿਰ ਸਮਝਾਉਂਦੇ ਨੇ ਕਿ ਕਥਨੀ ਹੀ ਕਹਿੰਦੇ ਨੇ। ਕਥਨੀ ਕਹੈ ਕਹੈ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ। ਵੀ ਪ੍ਰਭੂ ਦੂਰ ਨਹੀਂ ਹੈ, ਉਹ ਨੇੜੇ ਹੈ। ਤੂੰ ਹੀ ਸਾਰਾ, ਤੇਰਾ ਹੀ ਸਾਰਾ ਸੰਸਾਰ, ਤੇਰਾ ਹੀ ਰੂਪ ਹੈ। ਹਾਂ, ਸਮਝਾਉਂਦੇ ਨੇ ਇਸ ਸ਼ਬਦ ਦੇ ਵਿੱਚ ਕਿ ਕਥਨੀ ਜਿਹੜੇ ਕਹਿੰਦੇ ਨੇ ਉਸ ਪ੍ਰਭੂ ਦੇ ਬਾਰੇ, ਕਿਹੜੇ ਕਹਿੰਦੇ ਨੇ? ਜਿਨ੍ਹਾਂ ਆਪ ਅਗਵਾ ਲਿਆ ਹੈ, ਜਿਨ੍ਹਾਂ ਦਾ ਮਨ ਪ੍ਰਭੂ ਸਮਾ ਗਿਆ ਹੈ। ਕਿਉਂਕਿ ਸੰਸਾਰ ਕਹਿੰਦਾ ਹੈ ਕਿ ਪ੍ਰਭੂ ਦੂਰ ਹੈ, ਪਰ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਕਿ ਜੀਵਤ ਮਰਨਾ ਹੈ, ਉਹ ਫਿਰ ਉਸ ਪ੍ਰਭੂ ਦੀ ਕਥਨੀ ਕਰਦੇ ਨੇ। ਤੇ ਉਸ ਪ੍ਰਭੂ ਜੋ ਕਿ ਸਾਹਮਣੇ ਹੈ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ। ਵੀ ਉਹ ਦੂਰ ਨਹੀਂ ਹੈ, ਉਹ ਪ੍ਰਭੂ ਹਰ ਥਾਂ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਉਹ ਜੀ ਫਿਰ ਦੇਖ ਲੈਂਦੇ ਨੇ ਕਿ ਜਿਹੜਾ ਇਹ ਸੰਸਾਰ ਹੈ, ਇਹ ਮਾਇਆ ਹੈ, ਇੱਕ ਪ੍ਰਭੂ ਦੀ ਛਾਇਆ ਹੈ, ਪਰਛਾਈ ਹੈ। ਨਾਨਕ ਗੁਰ ਮਤ ਨਾਮ ਤੇ ਆਇਆ। ਤੇ ਮਹਾਰਾਜ ਸਮਝਾਉਂਦੇ ਨੇ ਕਿ ਜਿਹੜੇ ਗੁਰ ਦੀ ਮਤ ਲੈ ਕੇ ਅਸੀਂ ਤਾਂ ਨਾਮ ਨੂੰ ਧਿਆਉਂਦੇ ਹਾਂ, ਅਸੀਂ ਦੇਖ ਲਿਆ ਹੈ ਕਿ ਪ੍ਰਭੂ ਹਰ ਪਾਸੇ ਹਰ ਥਾਂ ਹੈ। ਪਰ ਜਿਹੜੇ ਸੰਸਾਰੀ ਜੀਵ ਨੇ, ਉਹ ਜਿਸ ਨੂੰ ਸੱਚ ਸਮਝਦੇ ਨੇ ਉਹ ਝੂਠ ਹੈ, ਜੋ ਸੱਚ ਹੈ ਉਹ ਦੇਖਿਆ ਨਹੀਂ। ਇਸ ਕਰਕੇ ਸੰਸਾਰ ਇੱਕ ਛਾਈ ਹੈ ਪਰਮੇਸ਼ਰ ਦੀ, ਇੱਕ ਪਰਛਾਈ ਹੈ ਜੋ ਮਾਇਆ ਹੈ, ਜੋ ਕਿ ਝੂਠ ਹੈ। ਕਿਉਂਕਿ ਪਰਛਾਈ ਕਦੇ ਸੱਚੀ ਨਹੀਂ ਹੁੰਦੀ ਤੇ ਪਰਛਾਈ ਕਦੇ ਥਿਰ ਨਹੀਂ ਰਹਿੰਦੀ। ਜਿਵੇਂ ਆਪਾਂ ਦੇਖਦੇ ਹਾਂ, ਸਵੇਰੇ ਸੂਰਜ ਪੂਰਬ ਤੋਂ ਚੜ੍ਹਦਾ ਹੈ, ਸਾਡੀ ਪਰਛਾਈ ਪੱਛਮ ਵਾਲੇ ਪਾਸੇ ਹੈ। ਜਦੋਂ ਸਵੇਰੇ ਸੂਰਜ ਚੜ੍ਹਦਾ ਹੈ, ਬਹੁਤ ਲੰਮੀ ਪਰਛਾਈ ਹੁੰਦੀ ਹੈ। ਜਿਉਂ-ਜਿਉਂ ਸੂਰਜ ਸਿਰ 'ਤੇ ਆਉਂਦਾ ਜਾਂਦਾ ਹੈ, ਪਰਛਾਈ ਘਟਦੀ ਜਾਂਦੀ ਹੈ। ਪੂਰੇ ਸਿਰ 'ਤੇ ਹੁੰਦਾ ਹੈ, ਪਰਛਾਈ ਵੀ ਬਿਲਕੁਲ ਸਮਾ ਜਾਂਦੀ ਹੈ। ਫਿਰ ਸੂਰਜ ਪੱਛਮ ਪਾਸੇ ਜਾਂਦਾ ਹੈ, ਸਾਡੀ ਪਰਛਾਈ ਪੂਰਬ ਵਾਲੇ ਪਾਸੇ ਨੂੰ ਵਧਣੀ ਸ਼ੁਰੂ ਹੋ ਜਾਂਦੀ ਹੈ, ਥਿਰ ਨਹੀਂ ਹੈ। ਇੱਦਾਂ ਹੀ ਸੰਸਾਰ ਜਿਹੜੀ ਮਾਇਆ ਹੈ, ਪ੍ਰਭੂ ਦੀ ਪਰਛਾਈ ਹੈ। ਪਰ ਜਿਹੜੇ ਭਗਤ ਜੀ ਇਸ ਨੂੰ ਸਮਝ ਲੈਂਦੇ ਨੇ, ਜਿਹੜੇ ਨਾਮ ਨੂੰ ਧਿਆਉਂਦੇ ਨੇ ਗੁਰ ਦੀ ਮੱਤ ਲੈ ਕੇ, ਉਹ ਫਿਰ ਉਹਨਾਂ ਨੂੰ ਇਹ ਸਾਰੀ ਸੋਝੀ ਹੋ ਜਾਂਦੀ ਹੈ। ਆਓ ਅਗਲਾ ਸ਼ਬਦ ਹੈ, ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ। ਪ੍ਰਗਟ ਹੋ ਜਾਂਦਾ ਹੈ, ਦੇਖ ਲੈਂਦੇ ਨੇ। ਫਿਰ ਆਧਾਰ ਕਿਸ ਨੂੰ ਬਣਾਉਂਦਾ ਹੈ? ਜੀਵ
ਨਾਮ ਨੂੰ। ਉਸ ਨੂੰ ਦੇਖ ਕੇ ਉਸ ਨੂੰ ਜਾਣ ਲੈਂਦਾ ਹੈ, ਫਿਰ ਉਸ ਨੂੰ ਆਧਾਰ ਬਣਾਉਂਦਾ ਹੈ। ਤੂੰ ਦਾਤਾ ਕਰਨਹਾਰ ਕਰਤਾਰ। ਉਹ ਦਾਤਾ ਹੈ, ਉਹ ਕਰਨਹਾਰ ਹੈ, ਉਹ ਕਰਤਾ ਪੁਰਖ ਹੈ, ਕਰਤਾਰ ਹੈ। ਅਤੇ ਉਸ ਮੈਂ ਤਾਂ ਨਾਮ ਤੇਰਾ ਆਧਾਰ, ਅਤੇ ਮੈਂ ਤੇਰਾ ਨਾਮ, ਮੈਨੂੰ ਤੇਰਾ ਹੀ ਨਾਮ ਦਾ ਆਸਰਾ ਹੈ। ਮੈਂ ਤੇਰੇ ਹੀ ਨਾਮ ਨੂੰ ਆਧਾਰ ਬਣਾਇਆ ਹੈ। ਇਹ ਸਾਰੀਆਂ ਗੱਲਾਂ ਕਦੋਂ ਨੇ? ਜਦੋਂ ਅਸੀਂ ਪ੍ਰਭੂ ਦੇ ਸਨਮੁਖ ਹੋ ਜਾਂਦੇ ਹਾਂ, ਗੁਰ ਦੀ ਮੱਤ ਲੈ ਕੇ ਜਦੋਂ ਅਸੀਂ ਉਸ ਨੂੰ ਧਿਆਉਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਨਾਮ ਆਧਾਰ ਬਣਦਾ ਹੈ। ਕਿਉਂਕਿ ਨਾਮ ਕੋਈ ਅੱਖਰ ਨਹੀਂ ਹਨ, ਨਾਮ ਪ੍ਰਕਾਸ਼ ਹੈ। ਜਦੋਂ ਪ੍ਰਕਾਸ਼ ਦੇ ਦਰਸ਼ਨ ਹੋ ਜਾਂਦੇ ਹਾਂ, ਕਿਉਂਕਿ ਜਿਵੇਂ ਪਰਮੇਸ਼ਰ ਨਿਰੰਕਾਰ ਹੈ, ਉਸ ਦਾ ਨਾਮ ਵੀ ਨਿਰੰਕਾਰ ਹੈ, ਜਿਸ ਨੂੰ ਅਸੀਂ ਤਾਂ ਹੀ ਦੇਖ ਸਕਦੇ ਜੇ ਆਪਾਂ ਗਵਾ ਦਈਏ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਿਹਾ ਸਮਾਏ। ਕੋਈ ਭੀਖਕ ਹੈ, ਉਹ ਭਿੱਖਿਆ ਲੈ ਕੇ ਖਾਂਦਾ ਹੈ, ਅਤੇ ਕੋਈ ਰਾਜਾ ਹੈ, ਅਤੇ ਉਹ ਸਮਾਇਆ ਰਹਿੰਦਾ ਹੈ। ਇੱਥੇ ਰਾਜਾ ਕੌਣ ਹੈ? ਜਿਹੜਾ ਮਨ ਪ੍ਰਭੂ ਨੂੰ ਮਿਲ ਜਾਂਦਾ ਹੈ। ਪਰਮੇਸ਼ਰ ਰਾਜਾ ਹੈ, ਸਾਡਾ ਮਨ ਵੀ ਰਾਜਾ ਹੈ। ਉਹ ਸਾਰੇ ਰਾਜਿਆਂ ਦਾ ਰਾਜਾ ਹੈ, ਜਿਹੜਾ ਅਵਿਨਾਸ਼ੀ ਰਾਜਾ ਹੈ। प्रभु को सिमरै से बेमुहताजे, प्रभु को सिमरै से सर्ब के राजे। ਪ੍ਰਭੂ ਨੂੰ ਸਿਮਰਨ ਵਾਲੇ ਸਤਿਗੁਰੂ ਸਮਝਾਉਂਦੇ ਨੇ ਕਿ ਉਹ ਸਾਰਿਆਂ ਦੇ ਰਾਜੇ ਨੇ, ਸਰਬ ਦੇ। ਇਸ ਕਰਕੇ ਜਿਹੜੇ ਨਾਮ ਨੂੰ ਆਧਾਰ ਬਣਾ ਲੈਂਦੇ ਨੇ, ਉਹ ਪ੍ਰਭੂ ਸਮਾ ਜਾਂਦੇ ਨੇ, ਉਹ ਰਾਜੇ ਨੇ। ਅਤੇ ਦੂਜੇ ਉਹਨਾਂ ਤੋਂ ਗਿਆਨ ਲੈਂਦੇ ਨੇ। ਕੋਈ ਸੰਸਾਰੀ ਗਿਆਨ ਨਹੀਂ ਇੱਥੇ, ਜਿਹੜਾ ਗੁਰ ਦਾ ਗਿਆਨ ਹੈ। ਹੋਂ ਭੀਖ ਭਿਖਾਰੀ ਤੇਰਾ, ਤੂੰ ਨਿਜ ਪਤ ਹੈ ਦਾਤਾ। ਉਹ ਪ੍ਰਭੂ ਦਾਤਾ ਹੈ, ਅਸੀਂ ਭਿਖਕ ਹਾਂ ਉਸਦੇ, ਪਰ ਮੰਗਦੇ ਕੀ ਹਾਂ ਉਸ ਤੋਂ? ਨਾਮ ਦੇ ਭਿਖਾਰੀ। ਕਿਸੇ ਹੀ ਮਾਨ ਕਿਸੇ ਅਪਮਾਨ। ਹੁਣ ਕਿਸੇ ਨੂੰ ਮਾਨ ਹੈ, ਕਿਸੇ ਨੂੰ ਅਪਮਾਨ ਮਿਲਦਾ ਹੈ। ਜਿਹੜੇ ਪ੍ਰਭੂ ਦੇ ਹੁਕਮ ਵਿੱਚ ਚੱਲਦੇ ਨੇ, ਜਿਹੜੇ ਉਸ ਨੂੰ ਧਿਆਉਂਦੇ ਨੇ, ਜਿਹੜੇ ਉਸ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ। ਜਿਹੜੇ ਉਸ ਪ੍ਰਭੂ ਨੂੰ ਸੇਵਦੇ ਨੇ, ਕਿਸ ਨੂੰ ਸੇਵਦੇ ਨੇ? ਜਿਹੜਾ ਥਾਪਿਆ ਨਹੀਂ ਜਾਂਦਾ, ਕੀਤਾ ਨਹੀਂ ਹੁੰਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਨ। ਅਤੇ ਦੂਜਿਆਂ ਨੂੰ ਉੱਥੇ ਵੜ ਨਹੀਂ ਦਿੱਤਾ ਜਾਂਦਾ, ਕਿਉਂਕਿ ਜਦ ਤੱਕ ਉਹ ਗੁਰ ਦੀ ਮੱਤ ਲੈ ਕੇ ਚੱਲਦੇ ਨਹੀਂ, ਕਮਾਉਂਦੇ ਨਹੀਂ, ਉਹਨਾਂ ਨੂੰ ਦਰਗਾਹ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਢਾਹੇ ਉਸਾਰੇ ਧਰੇ ਧਿਆਨ। ਹੁਣ ਸਮਝਾਉਂਦੇ ਨੇ ਕਿ ਜੇ ਫਿਰ ਜੀਵ ਜਿਹੜੇ ਗਿਆਨ ਲੈਂਦੇ ਨੇ, ਧਿਆਨ ਧਰਦੇ ਨੇ, ਉਹਨਾਂ ਦਾ ਜਿਹੜਾ ਪਹਿਲਾ ਰੂਪ ਹੁੰਦਾ ਹੈ ਉਸ ਨੂੰ ਢਾ ਦਿੰਦਾ ਹੈ ਅਤੇ ਨਵਾਂ ਰੂਪ ਉਸਾਰ ਦਿੰਦਾ ਹੈ। ਪਹਿਲਾ ਸਾਡਾ ਰੂਪ ਕਿਹੜਾ ਹੈ? ਅਸਥੂਲ। ਅਸਥੂਲ ਰੂਪ ਖਤਮ ਹੋ ਜਾਂਦਾ ਹੈ ਅਤੇ ਪ੍ਰਕਾਸ਼ ਰੂਪ ਪ੍ਰਗਟ ਹੋ ਜਾਂਦਾ ਹੈ। ਪਰ ਹੁੰਦਾ ਕਿਵੇਂ ਹੈ? ਜਦੋਂ ਅਸੀਂ ਧਿਆਨ ਲਾਉਂਦੇ ਹਾਂ, ਧਿਆਨ ਧਰਦੇ ਹਾਂ, ਕਿਹਨਾਂ ਤੋਂ ਗਿਆਨ ਲੈਂਦੇ? ਜਿਹੜੇ ਸਮਾਏ ਨੇ। ਤੁਝ ਤੇ ਵੱਡਾ ਨਾਹੀਂ ਕੋਈ, ਕਿਸ ਵਿਖਾਲੀ ਚੰਗਾ ਹੋਏ। ਹੁਣ ਉਸ ਪ੍ਰਭੂ ਤੋਂ ਵੱਡਾ ਕੋਈ ਨਹੀਂ ਹੈ, ਪਰ ਜੋ ਗਿਆਨ ਲੈ ਕੇ ਚੱਲਦਾ ਹੈ ਉਸ ਨੂੰ ਫਿਰ ਆਪਣੇ ਦਰਸ਼ਨ ਦਿੰਦਾ ਹੈ। ਜੋ ਗੁਰ ਦੀ ਮੱਤ ਲੈ ਕੇ ਚੱਲਦਾ ਹੈ, ਜੋ ਜਿਸ ਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਹੈ, ਬੈਰਾਗ ਹੈ, ਬੁਰਾਈਆਂ ਛੱਡ ਦਿੰਦਾ ਹੈ,
ਉਸ ਨੂੰ ਫਿਰ ਆਪਣਾ ਦਰਸ਼ਨ ਦਿੰਦਾ ਹੈ। ਹੁਣ ਅੱਗੇ ਸਮਝਾਉਂਦੇ ਨੇ, ਬਾਟ ਨਾ ਪਾਵੋ ਬੀਗਾ ਜਾਓ। ਵੀ ਜਿਹੜੇ ਰਸਤੇ 'ਤੇ ਨਹੀਂ ਚੱਲਦੇ, ਗਿਆਨ ਨਹੀਂ ਲੈਂਦੇ, ਉਹ ਰਸਤੇ ਦਾ ਜਿਹੜਾ ਰਸਤਾ ਆਪਾਂ ਭੁੱਲ ਚੁੱਕੇ ਹਾਂ। ਆਪਣੀ ਮਤ ਦੁਆਰਾ ਕੁਰਾਹੇ ਜਾਂਦੇ ਹਾਂ। ਦੋ ਰਸਤੇ ਨੇ, ਇੱਕ ਲਿਵ ਦਾ ਰਸਤਾ ਹੈ, ਇੱਕ ਤਾਪ ਦਾ ਰਸਤਾ ਹੈ, ਇੱਕ ਹਉਮੈ ਦਾ ਮਾਰਗ ਹੈ, ਜਿਸ ਨੂੰ ਤਾਪ ਦਾ ਰਸਤਾ ਕਹਿ ਦਿੰਦੇ ਹਾਂ, ਜਮ ਮਾਰਗ, ਅਤੇ ਇੱਕ ਲਿਵ ਦਾ ਰਸਤਾ ਹੈ, ਗੋਬਿੰਦ ਮਾਰਗ। ਹੁਣ ਜਿਹੜੇ ਜੀਵ, ਕਿਉਂਕਿ ਗੋਬਿੰਦ ਮਾਰਗ ਸਾਨੂੰ ਗੁਰ ਦੇ ਗਿਆਨ ਤੋਂ ਪ੍ਰਾਪਤ ਹੁੰਦਾ ਹੈ, ਜਿਹੜਾ ਲਿਵ ਦਾ ਰਸਤਾ ਹੈ, ਉਹ ਰਸਤੇ ਨੂੰ ਅਸੀਂ ਲੈਂਦੇ ਨਹੀਂ ਅਤੇ ਦੂਜੇ ਰਸਤੇ ਨੂੰ ਚੱਲਦੇ ਹਾਂ, ਤਾਪ ਦੇ ਰਸਤੇ ਨੂੰ। ਜੇ ਇੱਦਾਂ ਉਸ ਰਸਤੇ ਨੂੰ ਚੱਲਾਂਗੇ, ਫਿਰ ਸਾਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦਾ। ਦਰਗਾਹ ਵੈਸੇ ਨਾਹੀਂ ਥਾਓ, ਦਰਗਾਹ ਦੇ ਵਿੱਚ ਉਸ ਨੂੰ ਬੈਸਣ ਵਾਸਤੇ ਥਾਂ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਉਸ ਨੂੰ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ, ਉਸ ਨੂੰ ਦਰਸ਼ਨ ਨਹੀਂ ਹੋ ਸਕਦੇ। ਮਨ ਕਾ ਅੰਧਲਾ ਮਾਇਆ ਕਾ ਬੰਦ, ਕਿਉਂਕਿ ਉਹ ਮਨ ਦਾ ਅੰਧਾ ਹੈ, ਉਸ ਨੂੰ ਗਿਆਨ ਨਹੀਂ ਹੈ। ਗੁਰ ਨੇ ਉਸ ਦਾ ਅੰਧੇਰਾ ਦੂਰ ਕਰਨਾ ਸੀ, ਗਿਆਨ ਦੁਆਰਾ ਪ੍ਰਕਾਸ਼ ਕਰਨਾ ਸੀ, ਲੇਕਿਨ ਉਹ ਗਿਆਨ ਨਹੀਂ ਲੈਂਦਾ, ਆਪਣੀ ਮਤ ਦੁਆਰਾ ਚੱਲਦਾ ਹੈ, ਮਨ ਦਾ ਅੰਧਾ ਹੈ। ਇਸ ਕਰਕੇ ਮਾਇਆ ਤੱਕ ਹੀ ਸੀਮਤ ਹੈ, ਦ੍ਰਿਸ਼ਟ ਮਨ ਤੱਕ ਹੀ ਸੀਮਤ ਹੈ, ਇੱਥੇ ਦੇ ਬੰਧਨ ਦੇ ਵਿੱਚ ਹੀ ਪਿਆ ਹੈ। ਖੀਨ ਖਰਾਬ ਹੋਵੇ ਨਿਤ ਕੰਧ, ਇਸ ਕਰਕੇ ਉਸ ਦੀ ਹਉਮੈ ਦੀ ਦੀਵਾਰ ਹੈ, ਟੁੱਟੀ ਨਹੀਂ ਹੈ, ਬੰਧਨ ਦੇ ਵਿੱਚ ਹੈ। ਇਸ ਕਰਕੇ ਉਹ ਬੇਕਾਰਾਂ ਦੇ ਵਿੱਚ ਹੀ ਪਿਆ ਰਹਿੰਦਾ ਹੈ। ਉਸ ਦੀ ਮਤ ਚੰਗੀ ਨਹੀਂ ਹੋ ਸਕਦੀ, ਉਸ ਦੀ ਮਤ ਨੂੰ ਮੈਲ ਹੀ ਲੱਗਦੀ ਹੈ ਮਨ ਨੂੰ। ਖਾਨ ਜੀਵਨ ਕੀ ਬਹੁਤੀ ਆਸ, ਉਹ ਕਿੱਥੇ ਤੱਕ ਫਸਿਆ ਰਹਿੰਦਾ ਹੈ, ਖਾ ਲਿਆ ਪੀ ਲਿਆ, ਇਹ ਸੰਸਾਰਿਕ ਵਸਤਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਆਸਾਂ ਲਾ ਲੈਂਦਾ ਹੈ। ਲੇਖ ਹੈ ਤੇਰਾ ਸਾਸ ਗਰਾਸ, ਪਰ ਉਸ ਨੂੰ ਪਤਾ ਨਹੀਂ ਹੈ ਕਿ ਕਿਵੇਂ ਆਪਾਂ ਪ੍ਰਭੂ ਨੂੰ ਮਿਲਣਾ ਹੈ। ਲੇਖ 'ਚ ਪ੍ਰਭੂ ਦੇ ਕਦੋਂ ਜਾਵਾਂਗੇ? ਜਦੋਂ ਸਾਡਾ ਧਿਆਨ ਉਸ ਪ੍ਰਭੂ ਦੇ ਦਰ 'ਤੇ ਲੱਗ ਜਾਏਗਾ, ਜਿੱਥੋਂ ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ। ਜਦੋਂ ਅਸੀਂ ਉੱਥੇ ਤੇ ਆਉਣਾ ਸ਼ੁਰੂ ਕਰ ਦਿਆਂਗੇ, ਫਿਰ ਸਾਡਾ ਸਾਰਾ ਕੁਛ ਹੀ ਜਿਹੜਾ ਹੈ ਪ੍ਰਵਾਨ ਹੋ ਜਾਂਦਾ ਹੈ, ਜੇ ਅਸੀਂ ਸਵਾਸ ਗਰਾਸ 'ਤੇ ਆਉਣਾ ਸ਼ੁਰੂ ਕਰ ਦਿੰਦੇ ਹਾਂ। ਅਹਨਿਸ ਅੰਧਲੇ ਦੀਪਕ ਦੇ, ਹੁਣ ਸਮਝਾਉਂਦੇ ਨੇ ਕਿ ਮਨ ਆਂਦਾ ਹੈ ਅਤੇ ਉਸ ਨੂੰ ਦੀਪਕ ਵਿਗਿਆਨ ਵੀ ਦਿੰਦਾ ਹੈ ਪ੍ਰਭੂ ਆਪਣੇ ਜਨਾਂ ਦੁਆਰਾ। ਪਰ ਜਿਹੜੇ ਜੀਵ ਗਿਆਨ ਨਹੀਂ ਲੈਂਦੇ, ਅੰਧਲੇ ਨੇ, ਭਾਵ ਜਲ ਡੂਬਤ ਚਿੰਤ ਕਰੇ, ਉਹ ਜੀਵ ਨੇ ਭਵਜਲ ਦੇ ਵਿੱਚ ਡੁੱਬਦੇ ਨੇ, ਆਸ਼ਾਵਾਂ ਤ੍ਰਿਸ਼ਨਾਵਾਂ ਦੇ ਵਿੱਚ ਫਸੇ ਰਹਿੰਦੇ ਨੇ, ਚਿੰਤਾ ਦੇ ਵਿੱਚ ਫਸੇ ਰਹਿੰਦੇ ਨੇ, ਗੁਰ ਦੇ ਗਿਆਨ ਦੁਆਰਾ ਨਹੀਂ ਚੱਲਦੇ। ਬੇਸ਼ੱਕ ਉਹਨਾਂ ਨੂੰ ਗੁਰ ਦਾ ਗਿਆਨ ਵੀ ਦਿੱਤਾ ਜਾਂਦਾ ਹੈ। ਕਹੈ ਸੁਣੈ ਜੋ ਮਾਨੈ ਨਾਉ, ਇੱਕ ਸਮਝਾਉਂਦੇ ਨੇ, ਇੱਕ ਉਸ ਦੇ ਨਾਮ ਬਾਰੇ ਕਹਿੰਦਾ ਹੈ, ਇੱਕ ਉਸ ਨੂੰ ਸੁਣਦਾ ਹੈ, ਜੇ ਸੁਣ ਕੇ ਮੰਨ ਲੈਂਦਾ ਹੈ, ਕਿਉਂਕਿ ਸੁਣਾਂਗੇ ਕਦੋਂ ਜੇ ਕਹਿਣੇ ਵਾਲਾ ਹੋਏਗਾ। ਇੱਕ ਕਹਿੰਦਾ ਹੈ, ਉਸ ਦਾ ਗਿਆਨ ਦਿੰਦਾ ਹੈ, ਅਤੇ ਦੂਜਾ ਸੁਣ ਕੇ ਮੰਨ ਲੈਂਦਾ ਹੈ। ਅਤੇ ਮੇਰਾ ਸਮਝਾਉਂਦੇ ਨੇ, ਉਹਨਾਂ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ। ਹਾਂ ਬਲਿਹਾਰ ਹੈ ਤਾਂ ਕਹਿ ਜਾਓ, ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰੇ ਜਾਂਦੇ ਹਾਂ। ਨਾਨਕ ਏਕ ਕਹੈ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਅਤੇ ਇੱਕ ਹੀ ਅਰਦਾਸ ਜਿਹੜੇ ਸੁਣ ਲੈਂਦੇ ਨੇ, ਮੰਨ ਲੈਂਦੇ ਨੇ,
ਉਹਨਾਂ ਫਿਰ ਇੱਕ ਹੀ ਅਰਦਾਸ ਹੁੰਦੀ ਹੈ ਕਿ ਹੇ ਪ੍ਰਭੂ, ਮੇਰਾ ਪਿੰਡ ਵੀ, ਤਨ ਵੀ, ਮੇਰਾ ਮਨ ਵੀ ਤੈਨੂੰ ਸੌਂਪ ਦਿੱਤਾ ਹੈ, ਤੇਰੇ ਸੁਪਰਦ ਹੈ। ਜਾ ਤੂੰ ਦੇ ਜਪੀ ਤੇਰਾ ਨਾਮ। ਹੁਣ ਤੂੰ ਕਿਰਪਾ ਕਰਨੀ ਹੈ ਪ੍ਰਭੂ, ਜਦ ਤੂੰ ਦੇਵੇਂਗਾ ਖਜ਼ਾਨਾ ਨਾਮ ਦਾ, ਫਿਰ ਤੇਰਾ ਨਾਮ ਮੈਂ ਜਪਾਂਗਾ। ਦਰਗਾਹ ਬੈਸਣ ਹੋਵੇ ਥਾਂ, ਦਰਗਾਹ ਦੇ ਵਿੱਚ ਵਾਸਾ ਹੋਏਗਾ, ਥਾਂ ਮਿਲੇਗੀ, ਫਿਰ ਤੂੰ ਆਪ ਇੱਕ ਖਜ਼ਾਨਾ ਦੇਂਗਾ, ਫਿਰ ਤੇਰੇ ਨਾਮ ਨੂੰ ਜਪਾਂਗਾ। ਜਾਂ ਤੁਧ ਭਾਵੈ ਤਾਂ ਦੁਰਮਤ ਜਾਏ, ਜਾਂ ਤੈਨੂੰ ਪਾ ਜਾਵੇਗਾ, ਪਾ ਜਾਂਦਾ ਹੈ, ਫਿਰ ਦੁਰਮਤ ਦੂਰ ਹੋ ਜਾਂਦੀ ਹੈ, ਗੁਰ ਦੀ ਮਤ ਵਸ ਜਾਂਦੀ ਹੈ। ਗਿਆਨ ਰਤਨ ਮਨ ਵਸੈ ਆਏ, ਤੇ ਗਿਆਨ ਰਤਨ ਮਨ ਵਿੱਚ ਵਸ ਜਾਂਦਾ ਹੈ, ਦੁਰਮਤ ਖਤਮ ਹੋ ਜਾਂਦੀ ਹੈ। ਜਦੋਂ ਪ੍ਰਭੂ ਨੂੰ ਪਾਉਂਦਾ ਹੈ, ਜੀਵ ਦੇ ਅੰਦਰ ਦੁਰਮਤ ਨਾਸ ਕਰ ਦਿੰਦਾ ਹੈ। ਜਿਹੜਾ ਨਾਮ ਰਤਨ ਹੈ, ਗਿਆਨ ਰਤਨ, ਉਸ ਦੇ ਮਨ ਵਿੱਚ ਵਸ ਜਾਂਦਾ ਹੈ, ਦਰਗਾਹ ਦੇ ਵਿੱਚ ਉਸ ਨੂੰ ਥਾਂ ਮਿਲ ਜਾਂਦੀ ਹੈ। ਆਪ ਪ੍ਰਭੂ ਫਿਰ ਜਪਣ ਨੂੰ ਨਾਮ ਦਾ ਖਜ਼ਾਨਾ ਦਿੰਦਾ ਹੈ, ਫਿਰ ਉਹ ਜੀਵ ਨਾਮ ਜਪਦਾ ਹੈ। ਨਦਰ ਕਰੇ ਤਾਂ ਸਤਿਗੁਰ ਮਿਲੇ। ਹੁਣ ਜਦੋਂ ਸਾਨੂੰ ਉਹ ਦ੍ਰਿਸ਼ਟੀ ਦਿੰਦਾ ਹੈ, ਨਦਰ ਕਰਦਾ ਹੈ, ਫਿਰ ਸਤਿਗੁਰ ਦਾ ਮਿਲਾਪ ਹੁੰਦਾ ਹੈ। ਪਰਮਤ ਨਾਨਕ ਭਵ ਜਲ ਤਰੇ, ਤੇ ਸਤਿਗੁਰ ਸਮਝਾਉਂਦੇ ਨੇ ਫਿਰ ਕਿ ਉਹ ਜੀਵ ਭਵ ਸਾਗਰ ਨੂੰ ਤਰਦਾ ਹੈ ਜਦੋਂ ਸਤਿਗੁਰ ਦਾ ਗਿਆਨ ਮਿਲਦਾ ਹੈ। ਕਿਉਂਕਿ ਇਹ ਸਾਰੀ ਜਿਹੜੀ ਭਗਤੀ ਹੈ, ਇਹ ਨਦਰਾਂ ਦੁਆਰਾ ਹੁੰਦੀ ਹੈ। ਇਹ ਜਿਹੜਾ ਗਿਆਨ ਦਾ ਸੁਰਮਨ ਨੇਤਰਾਂ ਦੇ ਵਿੱਚ ਪਾਉਣਾ ਹੈ, ਨੇਤਰਾਂ ਤੋਂ ਹੀ ਮਨ ਚੱਲਦਾ ਹੈ। ਅਤੇ ਜਿਨ੍ਹਾਂ ਨੂੰ ਫਿਰ ਸੱਚਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹ ਭਵ ਸਾਗਰ ਤਰਦੇ ਨੇ। ਫਿਰ ਬਾਲ ਪ੍ਰਭੂ ਉਹਨਾਂ ਨੂੰ ਦਰਗਾਹ 'ਚ ਥਾਂ ਦਿੰਦਾ ਹੈ, ਦੁਰਮਤ ਉਹਨਾਂ ਦੀ ਖਤਮ ਕਰ ਦਿੰਦਾ ਹੈ, ਗਿਆਨ ਰਤਨ ਮਨ ਵਿੱਚ ਪ੍ਰਗਟ ਕਰ ਦਿੰਦਾ ਹੈ। ਫਿਰ ਆਪ ਇੱਕ ਖਜ਼ਾਨਾ ਦਿੰਦਾ ਹੈ ਨਾਮ ਦਾ, ਫਿਰ ਜੀਵ ਉਸ ਨਾਮ ਨੂੰ ਜਪਦਾ ਹੈ। ਆਓ ਅਗਲਾ ਸ਼ਬਦ ਹੈ, ਰਹੋ ਪੰਕਤੀਆਂ ਨੇ। ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀਂ। ਕਿ ਹੇ ਪ੍ਰਭੂ, ਤੂੰ ਕਿਰਪਾ ਕਰ, ਤੂੰ ਵਿਸਰ ਨਾ। ਕਿਉਂਕਿ ਜਦ ਤੂੰ ਵਿਸਰਦਾ ਹੈ, ਸਾਨੂੰ ਬਹੁਤ ਦੁੱਖ ਹੁੰਦਾ ਹੈ, ਬਹੁਤ ਦੁੱਖ ਲੱਗਦਾ ਹੈ ਮਨ ਨੂੰ। ਅਸੀਂ ਦੁਖੀ ਹੁੰਦੇ ਹਾਂ, ਕਿੱਥੇ ਤੱਕ ਚਲੇ ਜਾਂਦਾ ਹੈ। ਆਖਾਂ ਜੀਵਾਂ ਵਿਸਰਾ ਮਰ ਜਾ। ਪ੍ਰਭੂ ਤੋਂ ਵਿਸਰਦਾ ਹੈ ਜੇ, ਫਿਰ ਸਾਨੂੰ ਬੜਾ ਦੁੱਖ ਹੁੰਦਾ ਹੈ ਵਿਛੋੜੇ ਦਾ। ਇਸ ਕਰਕੇ ਤੂੰ ਸਾਨੂੰ ਵਿਸਰਨਾ, ਤੂੰ ਸਾਨੂੰ ਇੱਕ ਭੋਰੀ ਵੀ ਨਾ ਵਿਛੋੜ। ਜਿਵੇਂ ਪਿਆਰ ਪੈ ਜਾਂਦਾ ਹੈ, ਜਿਸ ਦੇ ਨਾਲ ਪਿਆਰ ਕਦੋਂ ਪੈਂਦਾ, ਜਦੋਂ ਦੇਖ ਲੈਂਦੇ ਹਾਂ, ਫਿਰ ਉਸ ਦੇ ਵਿੱਚ ਵਿਛੋੜਾ ਬੜਾ ਦੁਖਦਾਈ ਹੁੰਦਾ ਹੈ। ਇਸ ਕਰਕੇ ਜਿਵੇਂ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ, ਜੇ ਤੂੰ ਮਿੱਤਰ ਅਸਾੜੜਾ, ਇੱਕ ਭੋਰੀ ਨਾ ਵਿਛੋੜ। ਵਿਖ ਖਿਨ ਪਲ ਵੀ ਸਾਨੂੰ ਨਾ ਵਿਛੋੜੀ, ਕਿਉਂਕਿ ਦੁੱਖ ਲੱਗਦਾ ਹੈ। ਇਹ ਹੈ ਰਹੋ ਪੰਕਤੀਆਂ ਸ਼ਬਦ ਦੀਆਂ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ। ਜੇ ਦੁੱਧ ਨਹੀਂ ਦਿੰਦੀ ਗਾਂ, ਕਿਸੇ ਕੰਮ ਨਹੀਂ ਆਉਂਦੀ, ਬੇਅਰਥ ਹੈ। ਇੱਦਾਂ ਹੀ ਜੇ ਪੰਛੀ ਦੇ ਪੰਖ ਨਹੀਂ, ਪੰਛੀ ਵੀ ਬੇਅਰਥ ਹੈ, ਕਿਉਂਕਿ ਉੱਡ ਨਹੀਂ ਸਕਦਾ।
ਇੱਦਾਂ ਹੀ ਵਰਖਾ ਨਹੀਂ ਹੁੰਦੀ ਅਤੇ ਉਤਪੁਜ ਨਹੀਂ ਹੁੰਦੀ। ਉਤਪੁਜ ਸੁੱਕ ਜਾਂਦੀ ਹੈ, ਫਸਲ ਸੁੱਕ ਜਾਂਦੀ ਹੈ, ਉਸ ਨੂੰ ਫਲ ਨਹੀਂ ਲੱਗਦਾ। ਇਸ ਕਰਕੇ ਗਾਂ ਦੀ ਕੀਮਤ ਕਦਰ ਦੁੱਧ ਨਾਲ ਹੈ, ਪੰਛੀ ਦੀ ਕਦਰ ਖੰਭਾਂ ਦੇ ਨਾਲ ਹੈ, ਅਤੇ ਉਤਪੁਜ ਵਾਸਤੇ ਪਾਣੀ ਜ਼ਰੂਰੀ ਹੈ। ਕਿਆ ਸੁਲਤਾਨ ਸਲਾਮ ਵੀ ਹੋਣਾ, ਜੇ ਸੁਲਤਾਨ ਹੈ ਉਸ ਨੂੰ ਕੋਈ ਸਲਾਮ ਹੀ ਨਹੀਂ ਕਰਦਾ, ਉਹ ਕਾਹਦਾ ਸੁਲਤਾਨ ਹੈ। ਅੰਧੀ ਕੋਠੀ ਤੇਰਾ ਨਾਮ ਨਹੀਂ, ਇੱਦਾਂ ਹੀ ਜੇ ਅੰਧਾ ਹੈ ਜੀਵ, ਉਸ ਨੂੰ ਗਿਆਨ ਹੀ ਨਹੀਂ, ਉਸ ਕੋਠੀ ਦਾ ਭੇਤ ਹੀ ਨਹੀਂ ਜਿੱਥੇ ਮਾਲਕ ਨੇ ਨਾਮ ਦਾ ਖਜ਼ਾਨਾ ਰੱਖਿਆ। ਅੰਧੇ ਜੀਵਾਂ ਨੂੰ ਉਹ ਨਾਮ ਵੀ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਦ੍ਰਿਸ਼ਟੀ ਜ਼ਰੂਰੀ ਹੈ, ਕਿਉਂਕਿ ਨਾਮ ਨੂੰ ਅਸੀਂ ਦੇਖ ਹੀ ਸਕਦੇ ਹਾਂ। ਅੰਧੇ ਜੀਵ ਨੂੰ, ਜਿਹੜਾ ਅੰਧਾ ਹੈ ਅੱਖਾਂ 'ਤੇ, ਇੱਕ ਹੁੰਦਾ ਹੈ ਜਿਹੜਾ ਕੁਦਰਤੀ ਅੰਧਾ ਹੈ, ਇੱਕ ਹੈ ਕਿ ਅੱਖਾਂ ਹੁੰਦੇ ਅੰਧਾ ਹੈ। ਜਿਹੜਾ ਕੁਦਰਤੀ ਅੰਧਾ ਹੈ ਉਸ ਨੂੰ ਗੁਰਬਾਣੀ ਅੰਧਾ ਨਹੀਂ ਕਹਿੰਦੀ, ਕਿਉਂਕਿ ਉਸਨੇ ਤਾਂ ਸੰਸਾਰ ਨੂੰ ਆ ਕੇ ਦੇਖੇ ਨਹੀਂ ਹੁੰਦਾ। ਜਿਹੜਾ ਜਮਾਂਦਰੂ ਅੰਧਾ ਹੈ ਉਸ ਦੇ ਲਈ ਵੀ ਨਹੀਂ ਟੁੱਟਦੀ, ਕਿਉਂਕਿ ਉਸਨੇ ਦੇਖੇ ਹੀ ਨਹੀਂ ਸੰਸਾਰ ਦਾ ਕੁਛ, ਦੂਜਾ ਦੇਖੇ ਹੀ ਨਹੀਂ। ਇਸ ਕਰਕੇ ਉਸ ਦਾ ਦੂਜੇ ਨਾਲ ਉਹਦੇ ਮਨ ਵਿੱਚ ਵਸਿਆ ਹੀ ਨਹੀਂ ਹੈ, ਅਤੇ ਪ੍ਰਭੂ ਦੇ ਮਨ ਵਿੱਚ ਵਸਿਆ ਹੈ, ਕਿਉਂਕਿ ਪਹਿਲਾਂ ਜੁੜੇ ਹੋਇਆ ਸੀ ਨਾਮ ਦੇ ਨਾਲ ਮਾਤਾ ਦੇ ਗਰਭ ਦੇ ਵਿੱਚ। ਗੁਰਬਾਣੀ ਅਨੁਸਾਰ ਅੰਧਾ ਹੈ ਜਿਹਦੇ ਕੋਲ ਅੱਖਾਂ ਤਾਂ ਹੈ, ਪਰ ਗੁਰ ਦਾ ਗਿਆਨ ਨਹੀਂ ਲਿਆ ਅਤੇ ਪ੍ਰਭੂ ਨੂੰ ਦੇਖਿਆ ਨਹੀਂ ਹੈ। ਜਦ ਭਗਤੀ ਕਰਦਾ ਹੈ ਅੱਖਾਂ ਮੀਚ ਕੇ ਬਹਿ ਜਾਂਦਾ ਹੈ। ਅੱਖਾਂ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੁੰਦਾ, ਪਰ ਅੱਖਾਂ ਉਹ ਕਿਹੜੀਆਂ ਜਿਹੜੀਆਂ ਗੁਰ ਦੇ ਗਿਆਨ ਦੁਆਰਾ ਪ੍ਰਾਪਤ ਹੁੰਦੀਆਂ ਨੇ, ਜਿਹੜੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਕੇ ਅੱਖਾਂ ਦਾ ਅੰਧੇਰਾ ਦੂਰ ਹੋ ਜਾਂਦਾ ਹੈ, ਅੰਧਲਾਪਨ ਦੂਰ ਹੋ ਜਾਂਦਾ ਹੈ। ਅੱਖੀ ਅੰਧ ਜੀਵ ਰਸ ਨਾਹੀਂ, ਕੰਨੀ ਪਵਨ ਨਾ ਬਾਜੈ। ਅੱਖਾਂ ਤੋਂ ਅੰਧਾ ਹੈ, ਤੇ ਜੀਵ ਦੁਆਰਾ ਬੋਲ ਨਹੀਂ ਸਕਦਾ। ਗੁਰ ਦਾ ਗਿਆਨ ਨਹੀਂ ਹੈ ਜੇ ਜੀਵ ਨੂੰ, ਤੇ ਕੰਨਾਂ ਦੁਆਰਾ ਉਹ ਗਿਆਨ ਸੁਣ ਨਹੀਂ ਸਕਦਾ, ਕਿਉਂਕਿ ਅੱਖਾਂ ਤੋਂ ਜਿਸ ਨੂੰ ਦਿਸਦਾ, ਜਿਸ ਦਾ ਅੰਧਲਾਪਨ ਦੂਰ ਹੋ ਗਿਆ ਹੈ, ਉਹੀ ਸਾਨੂੰ ਰਸਨਾ ਦੁਆਰਾ ਗੁਰ ਦਾ ਗਿਆਨ ਦੇ ਸਕਦਾ ਹੈ। ਤਾਂ ਹੀ ਅਸੀਂ ਕੰਨਾਂ ਦੁਆਰਾ ਉਸ ਨੂੰ ਸੁਣ ਸਕਦੇ ਹਾਂ। ਜਿਹੜਾ ਖੁਦ ਹੀ ਅੰਧਾ ਹੈ, ਦੂਜੇ ਨੂੰ ਕੀ ਸੁਣਾਏਗਾ ਅਤੇ ਕੀ ਉਹ ਸੁਣੇਗਾ। ਚਰਨੀ ਤਲੈ ਚਲੈ ਪਜੂਤਾ ਆਗੈ, ਬਿਨ ਸੇਵਾ ਫਲ ਲਾਗੈ। ਇਸ ਕਰਕੇ ਸਮਝਾਉਂਦੇ ਨੇ ਕਿ ਪੈਰਾਂ ਨਾਲ ਚੱਲੇਗਾ ਤਾਂ ਹੀ ਅੱਗੇ ਪਹੁੰਚ ਸਕਦਾ ਹੈ, ਪਰ ਚੱਲੇਗਾ ਜੇ ਪਿੰਗਲਾ ਹੈ ਚੱਲ ਨਹੀਂ ਸਕਦਾ, ਕਿਉਂਕਿ ਚੱਲੇਗਾ ਤਾਂ ਹੀ ਜੇ ਸੁਜਾਖਾ ਉਸ ਨੂੰ ਦੱਸੇਗਾ। ਜਿਸ ਦਾ ਅਗਰ ਅੰਧਲਾਪਨ ਦੂਰ ਹੋਇਆ, ਉਹ ਦੱਸੇਗਾ ਕਿਵੇਂ ਆਪਾਂ ਸੁਰਤੀ ਨੂੰ ਚਲਾਉਣਾ ਹੈ, ਕਿਉਂਕਿ ਇੱਥੇ ਚੱਲਣਾ ਕਿਸ ਨੇ ਹੈ, ਸੁਰਤੀ ਨੇ। ਸੰਸਾਰਿਕ ਉਦਾਹਰਨਾਂ ਦੇ ਕੇ ਗੱਲ ਕਿਸ ਦੀ ਹੈ, ਮਨ ਦੀ, ਪਰ ਸੁਰਤੀ ਨੇ ਚੱਲਣਾ ਹੁੰਦਾ ਸ਼ਬਦ ਦੁਆਰਾ। ਜਿਸ ਨੂੰ ਗਿਆਨ ਹੀ ਨਹੀਂ ਹੋਇਆ, ਉਹ ਰਸਨਾ ਦੁਆਰਾ ਇਸ ਸ਼ਬਦ ਦਾ ਗਿਆਨ ਦੇ ਨਹੀਂ ਸਕਦਾ, ਦੂਜਾ ਸੁਣ ਨਹੀਂ ਸਕਦਾ, ਸੁਣ ਕੇ ਚੱਲ ਨਹੀਂ ਸਕਦਾ, ਪਹੁੰਚ ਨਹੀਂ ਸਕਦਾ। ਤੇ ਜਦ ਤੱਕ ਪਹੁੰਚਦਾ ਨਹੀਂ, ਸੇਵਾ ਨਹੀਂ ਕਰ ਸਕਦਾ। ਸੇਵਾ ਨਹੀਂ ਕਰਦਾ ਤੇ ਫਲ ਪ੍ਰਾਪਤ ਨਹੀਂ ਹੁੰਦਾ। ਬਿਨ ਸੇਵਾ ਫਲ ਲਾਗੇ। ਅੱਖਰ ਬਿਰਖ ਬਾਗ ਭੂਏ ਚੌਖੀ, ਸਿੰਚਤ ਪਉ ਕਰੇ ਹੀ। ਹੁਣ ਅੱਖਰ ਬਿਰਖ ਹੈ, ਇੱਕ ਗਿਆਨ ਹੈ, ਇੱਕ ਅੱਖਰ ਦਾ ਜਾਪ ਹੈ, ਜਾਪਣਾ ਹੁੰਦਾ ਹੈ। ਪਰ ਜਾਪਣਾ ਕਦੋਂ ਹੁੰਦਾ ਹੈ? ਪਹਿਲਾਂ ਗਿਆਨ ਲੈ ਕੇ। ਉਹ ਬਿਰਖ ਹੈ,
ਤੇ ਫਿਰ ਉਸ ਦੁਆਰਾ ਫਿਰ ਜਿਹੜਾ ਸਾਡਾ ਹਿਰਦਾ ਹੈ ਇਹ ਪੋਏ ਹੈ, ਜਿਸ ਬਿਰਖ ਨੂੰ ਹਿਰਦੇ 'ਚ ਜਮਾਉਣਾ ਹੈ। ਤੇ ਪਾਣੀ ਇਸ ਨੂੰ ਕਿਹੜਾ ਲਾਉਣਾ ਹੈ? ਪਿਆਰ ਦਾ। ਹਿਰਦੇ ਦੇ ਵਿੱਚ ਗੁਰ ਦਾ ਗਿਆਨ ਜਿਹੜਾ ਅੱਖਰ ਹੈ ਉਸ ਨੂੰ ਲਗਾ ਲੈਣਾ ਹੈ ਦਰਖਤ, ਬਿਰਖ, ਜਿਸ ਨੂੰ ਫਲ ਲੱਗਣਾ ਹੈ। ਫਿਰ ਤੇ ਪਿਆਰ ਦਾ ਪਾਣੀ ਲਾਉਣਾ ਹੈ। ਸਭਨਾ ਫਲ ਲਾਗੈ ਨਾਮ ਏਕੋ, ਬਿਨ ਕਰਮਾ ਕੈਸੇ ਲੇਹੀ। ਤੇ ਸਾਰਿਆਂ ਨੂੰ ਫਿਰ ਇਹ ਨਾਮ ਦਾ ਫਲ ਲੱਗੇਗਾ। ਜੇ ਅਸੀਂ ਹਿਰਦੇ ਦੇ ਵਿੱਚ ਗਿਆਨ ਅੱਖਰ ਨੂੰ ਬੀਜ ਲੈਂਦੇ ਹਾਂ ਤੇ ਪਿਆਰ ਦਾ ਪਾਣੀ ਲਾਉਂਦੇ ਹਾਂ, ਫਿਰ ਇਹ ਫਲ ਲੱਗੇਗਾ। ਪਰ ਜੇ ਅਸੀਂ ਨਹੀਂ ਕਰਦੇ ਇਹ, ਫਿਰ ਸਾਨੂੰ ਇਹ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਜੇ ਅਸੀਂ ਹਿਰਦੇ 'ਚ ਗਿਆਨ ਦਾ ਅੱਖਰ ਨਹੀਂ ਬੀਜਦੇ ਤੇ ਫਿਰ ਉਸ ਨੂੰ ਪਾਣੀ ਨਹੀਂ ਲਾਉਂਦੇ, ਕਿਉਂਕਿ ਪਾਣੀ ਤੋਂ ਬਿਨਾਂ ਬੀਜ ਜੰਮਦਾ ਨਹੀਂ ਹੈ। ਤੇ ਫਿਰ ਉਹ ਆਪਾਂ ਫਲ ਵੀ ਨਹੀਂ ਲੈ ਸਕਦੇ। ਜਿਹੜੇ ਬੀਜਣਗੇ ਗਿਆਨ ਰੂਪੀ ਜਿਹੜਾ ਦਰਖਤ ਹੈ, ਲਾਉਣਗੇ ਗਿਆਨ ਹਿਰਦੇ ਦੇ ਵਿੱਚ, ਤੇ ਫਿਰ ਉਸ ਨੂੰ ਪਿਆਰ ਦਾ ਪਾਣੀ ਲਾਉਣਗੇ ਪੌਦਾ, ਫਿਰ ਉਹਨਾਂ ਨੂੰ ਇਹ ਫਲ ਪ੍ਰਾਪਤ ਹੋਏਗਾ। ਫਲ ਕਿਹੜਾ ਲੱਗਣਾ ਹੈ? ਨਾਮ ਦਾ। ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੈ ਨਾਹੀ। ਸਾਰੇ ਜੀਵ ਉਸਦੇ, ਜਿੰਨਾ ਵੀ ਸੰਸਾਰ ਹੈ ਸਾਰਾ ਉਸੇ ਦਾ ਹੀ ਹੈ, ਪਰ ਸੇਵਾ ਤੋਂ ਫਲ ਨਹੀਂ, ਬਿਨਾਂ ਸੇਵਾ ਤੋਂ ਫਲ ਨਹੀਂ ਲੱਗਦਾ। ਤੇ ਸੇਵਾ ਗਿਆਨ ਜਿਹੜਾ ਗੁਰ ਦਾ ਗਿਆਨ ਲੈਣਾ ਹੈ, ਪਹਿਲਾਂ ਕੋਈ ਦੱਸੇਗਾ ਜਿਹੜਾ ਸੁਜਾਖਾ ਹੈ, ਜਿਹੜਾ ਅੰਧਾ, ਉਹ ਦੱਸ ਨਹੀਂ ਸਕਦਾ, ਉਹ ਮਾਰਗ ਨਹੀਂ ਪਾ ਸਕਦਾ। ਸੁਣ ਅੰਧਾ ਕੈਸੇ ਮਾਰਗ ਪਾਵੇ। ਇਸ ਕਰਕੇ ਸਮਝਾਉਂਦੇ ਨੇ ਕਿ ਜਦੋਂ ਗਿਆਨ ਹੋਏਗਾ ਫਿਰ ਅਸੀਂ ਗੁਰ ਅੱਖਰ, ਜਿਹੜਾ ਇੱਕ ਅੱਖਰ ਹੈ, ਉਹ ਹਿਰਦੇ ਦੇ ਵਿੱਚ ਬੀਜ ਲਵਾਂਗੇ, ਫਿਰ ਪਿਆਰ ਦਾ ਪਾਣੀ ਲਾਵਾਂਗੇ, ਫਿਰ ਉਸ ਨੂੰ ਫਲ ਲੱਗਦਾ ਹੈ। ਆਪਾਂ ਸਾਰੇ ਹੀ ਉਸ ਪ੍ਰਭੂ ਦੇ ਹੀ ਹਾਂ, ਪਰ ਜਦ ਤੱਕ ਸੇਵਾ ਨਹੀਂ ਕਰਦੇ ਫਲ ਨਹੀਂ ਮਿਲਣਾ। ਤੇ ਸੇਵਾ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਅਸੀਂ ਉਸ ਫਲ ਨੂੰ, ਗਿਆਨ ਨੂੰ ਹਿਰਦੇ ਵਿੱਚ ਜਮਾ ਲਾਂਗੇ ਤੇ ਪਿਆਰ ਦਾ ਪਾਣੀ ਲਾਵਾਂਗੇ। ਦੁੱਖ ਸੁੱਖ ਪਾਣਾ ਤੇਰਾ ਹੋਵੇ, ਬਿਨ ਨਾਵੇ ਜਿਉ ਰਹਿ ਨਾਹੀ। ਤੇ ਦੁੱਖ ਸੁੱਖ ਹੈ ਉਸ ਪ੍ਰਭੂ ਦੇ ਪਾਣੇ ਦੇ ਵਿੱਚ ਹੈ, ਪਰ ਨਾਮ ਤੋਂ ਬਿਨਾਂ ਜਿਹੜਾ ਹੈ ਸਾਡਾ ਜੀਵਨ ਹੈ ਉਹ ਵਿਅਰਥ ਹੈ। ਕਿਉਂਕਿ ਦੁੱਖ ਸੁੱਖ ਤੋਂ ਬਾਅਦ ਇਸ ਸਰੀਰ ਛੱਡਦੇ ਹਾਂ, ਫਿਰ ਨਵਾਂ ਮਿਲੇਗਾ, 84 ਲੱਖ ਜੂਨੀ ਭੋਗੇਗਾ। ਜੇ ਨਾਮ ਦੇ ਨਾਲ ਜੁੜ ਗਿਆ ਤੇ ਫਿਰ ਇਹ ਇਹਨਾਂ ਦੁੱਖਾਂ ਸੁੱਖਾਂ ਤੋਂ ਰਹਿਤ ਹੋ ਜਾਏਗਾ। ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਤਾਂ ਜਾਂ ਜੀਵਾਂ ਤਾਂ ਜੁਗਤ ਨਾਹੀ। ਹੁਣ ਇੱਥੇ ਮਤ ਵਿੱਚ ਮਰਨਾ ਹੈ, ਗੁਰ ਦੀ ਮਤ ਲੈ ਕੇ ਮਰਨਾ ਹੈ, ਫਿਰ ਅਸਲੀ ਜੀਵਨ ਹੈ। ਗੁਰ ਪ੍ਰਸਾਦੀ ਜੀਵਤ ਮਰੈ, ਮਰ ਜੀਵੈ ਸ਼ਬਦ ਕਮਾਏ। ਹੁਣ ਜਦ ਤੱਕ ਅਸੀਂ ਇਹ ਮਰਨਾ ਨਹੀਂ ਸਿੱਖਦੇ ਗੁਰ ਦੇ ਗਿਆਨ ਦੁਆਰਾ, ਸਾਡਾ ਜੀਵਨ ਵੀ ਨਹੀਂ ਮੰਨਿਆ ਜਾਂਦਾ, ਸਾਨੂੰ ਮੁਰਦੇ ਕਹਿੰਦੇ ਹਨ। ਕਿਉਂਕਿ ਮਰਨ ਤੋਂ ਬਾਅਦ ਪ੍ਰਭੂ ਨਾਲ ਮਿਲਾਪ ਹੁੰਦਾ, ਪ੍ਰਭੂ ਨੇ ਹਿਰਦੇ 'ਚ ਵਸਣਾ ਹੈ, ਫਿਰ ਸਾਡਾ ਅਸਲੀ ਜੀਵਨ ਹੈ। ਤੇ ਉਹ ਕਿਵੇਂ ਮਾਰਿਆ ਜਾਂਦਾ ਹੈ? ਪਿਆਰ ਦੇ ਨਾਲ। ਪਿਆਰ ਕਿਵੇਂ ਪਾਉਣਾ ਪ੍ਰਭੂ ਨੂੰ? ਉਸ ਦਾ ਇੱਕ ਗਿਆਨ ਹੈ, ਆਪ ਪ੍ਰਭੂ ਦਿੰਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਨਿਆ ਰਾਮ ਰਾਜੇ, ਜਿਸ ਲਾਗੀ ਪੀਰ ਪ੍ਰਮਖੀ ਸੋ ਜਾਣੇ ਜਰੀਆ, ਜੀਵਨ ਮੁਕਤ ਸੋ ਆਖਿਆ, ਮਰ ਜੀਵੈ ਮਰੀਆ। ਉਹ ਫਿਰ ਮਰ ਕੇ ਫਿਰ ਜੀਵਦਾ ਹੈ, ਫਿਰ ਉਸ ਦਾ ਅਸਲੀ ਜੀਵਨ ਹੈ। ਪਰ ਜੇ ਜੁਗਤੇ ਨਹੀਂ ਹੈ ਸਾਡੇ ਕੋਲ ਮਰਨ ਦੀ, ਕਿਵੇਂ ਮਰਨਾ ਹੈ, ਫਿਰ ਸਾਨੂੰ ਮਰਨਾ ਨਹੀਂ ਆਏਗਾ ਤੇ ਫਿਰ ਸਾਡਾ ਜੀਵਨ ਵੀ ਨਹੀਂ ਹੈ।
क्योंकि जे असी मरे ही नहीं, सानू जुगती का भी भेत नहीं। जिहड़ा मरिया है, मर के जीवदा है, उस कोल जुगती है। वो फिर सानू दसदा किवें मत दे विच मरना है। कहे नानक जीवाले जियां, जय पावै तैराक तुही। फिर सतगुरु समझाउंदे ने, आ प्रभु अपने जीवां नूं फिर जीवालदा है। असली जीवन जिहड़ा है, उदां सारे जीवदे ने, पर जिन्हां नूं ज्ञान दे के मत विच मार के फिर जिवालदा है, फिर उन्हां नूं आप चलाउंदा है। जिवें उन्हां नूं चलाउंदा उवें चलदे, जिथे वखत बहाउंदा उत्थे बहिंदे ने, जिवें चलाउंदा उवें चलदे ने। फिर वो कूकर बन जांदे ने प्रभु दे, जिधर नूं चलाउंदा चलदे ने। जिव तू चलाए तिव चलै स्वामी, होर क्या जाना गुण तेरे। सो आओ प्यारे, हुण नाल नाल जुगत आपां लैनी है। जिहड़ा कोई नवां जीव है, इस तां आपां चलदे हां सारी मत दे विच। मन दा वो रूप खत्म हो के प्रकाश रूप हो गया है, जिहड़ा असली जीवन है, जिस गुरबाणी अनुसार जिहड़ा जीवन है। पर जेकर कोई हले नहीं, कोई नवां है, जिसनूं ज्ञान नहीं है, उसने ये समझना है कि क्या जुगत है, किवें आपां सुन के मन के उस मार्ग ते चलना है, जिस मार्ग ते चल के साडा प्रभु दे नाल मिलाप हुंदा है। जिथे मन दा आपा खत्म होना, मन ने प्रकाश होना है, फिर मन दे विच प्रभु ने वसना है। फिर मन दा असली जीवन है। सो जीव्या जिस मन वसया सोए, नानका वरना जीवै कोई। सो की है जुगत, की है विधि है, मन वास्ते है। मन किथे है? नेत्रां दे विच है। दो नेत्र ने ते दोनों नेत्रां ने प्रभु की शरण दे विच जाना है। प्रभु सामने है, लेकिन अखां तो दिसदा नहीं है। अंधे हाँ, इस करके प्रभु का ज्ञान नहीं है, क्योंकि वो अखां ही नहीं साडे कोल जिन्हां दे नाल मालक दिसदा है। वो अख ने प्रभु आप देंदा है सानू। से अखड़ियां बयान जिन दिसन दो मापी। इन्हां अखां दे विच ही सच्चे गुर दा ज्ञान प्राप्त हो पै जांदा है, ते फिर यही नेत्रां द्वारा वो दिसना शुरू हो जाता है। कह नानक यह नेत्र अंध से सतगुर मिलिया दिव्य दृष्ट होई। सो केड़ा सच्चा गुर है, सच्चा ज्ञान है। आप दोनों नेत्रां नूं इस पॉइंट ते सम करना है। साडा ध्यान सीधा चलता है, बाहर चले जाता है। ये रस्ता है अंदर नूं जाण दा। हुण जे इस रस्ते नहीं चलते, इस रस्ते चलते हाँ, असी मालिक नूं नहीं मिल सकते। दरगाह दे विच सानूं थां नहीं मिलता। इस करके ये हंकार दा मार्ग, हौमे दा मार्ग छड़ना है। इधर नूं निभ के जाना है। दोनों नेत्रां नूं ये दर ते सम करना है। सम करके अपने आप की पहचान करनी है। इत्थे दृष्टि जमा के ये देखना है कि नक दिसदा जां नहीं। सब तो पहला जिहड़ा आपां करना है, अपने आप नूं देखना कि नक नज़र आउंदा कि नहीं। जेकर नक नज़र नहीं आउंदा, असीं एक दृष्ट हाँ। जे नज़र आउंदा है, फिर दो दृष्ट हाँ। फिर आपां ये देखना कि किस पासे तो नज़र आउंदा है। सज्जे आउंदा है तमो गुण है, खब्बे आउंदा है रजो गुण है, ते दवल्ले विचाले आउंदा है सतो गुण है। जे नहीं नज़र आउंदा, एक दृष्ट हाँ। इन्हां आपे दी पहचान करनी है। उस तो बाद फिर आपां अगे चलना है गुर दे ज्ञान द्वारा। फिर आप जिन्हों आवाज़ देवांगे कि ध्यान सामने लेके आओ, तो आपां सामने देखना है। फिर आप जिन्हों आवाज़ देवांगे कि ध्यान मस्तक दे सामने ले जाओ, पलका उत्ते चुक दे। फिर जदों कहांगे सामने, फिर वापस सामने।
फिर जो कहांगे सम करके देखो, फिर इत्थे दृष्टि नूं फोकस करके देखना है। जेकर कोई नवा जीव पहला नक दिसता है, फिर उसने बाद च आके देखना है कि हुण दिसनों हट गया, एक दृष्ट हो गया। जे नज़र आउंदा है एक दृष्ट नहीं होया, जे नक नज़र आउणों हट गया उसनों एक दृष्ट हो गया। इस पासे एक हल्की परछाई जी सानूं नज़र आ सकती है, क्योंकि ये नेत्र ने इधर आना है। सो आओ करिए, नेत्र सम करके अपने आप नूं देखिए, इत्थे दृष्टि फोकस करके अपने आप नूं देखिए। जो पराले जीव ने जो हर रोज़ अभ्यास करते हैं, उन्हें अपने प्रकाश रूप नूं देखना है। और सामने लेके आइए ध्यान, सामने देखो जी। मस्तक के सामने लै जाओ, पलकां उत्ते चुक। फिर सामने लेके आइए ध्यान, फिर सामने लेके आइए, सामने देखिए। फिर सम करके अपने आप नूं देखिए, फिर नक ते सम करके अपने आप नूं देखिए। देखना जेकर कोई नवा जीव कि हुण नक दिसनों हट गया। जे किसी नूं नक दिसदा सी पहला, वो देखे कि नक दिसनों हट गया, वो एक दृष्ट हो गया। हाँ, ध्यान नीचे लै जाओ। हुण नीचे जो भी विषय है, जिथे आप बैठे, फर्ज करो बैड ते बैठे हो, चादर विछी है, चादर तो थोड़ा उपर आप देखने की कोशिश करनी है। रिलैक्स, जोर नहीं लाना, एक पॉइंट नहीं देखना। ध्यान बिल्कुल जिमें नॉर्मल आप देखते उमें ही देखना है, पर चादर तो उपर देखना है। इत्थे सानू प्रकाश अनुभव होना शुरू हो जाएगा। एक हलचल प्रकाश की, जिमें पानी दी लहरां, इदां दे सानू इत्थे अनुभव होना शुरू है।
और फिर सम करके देखिए अपने आप ਨੂੰ, अपने प्रकाश रूप ਨੂੰ देखिए, अपने आप ਨੂੰ देखिए सम करके नेत्र। फिर नीचे लै जाओ ध्यान। फिर सम करके देखिए अपने आप ਨੂੰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਇੱਕ ਜੁਗਤ ਹੈ, ਗੁਰ ਹੈ, ਵਿਧੀ ਹੈ। ਆਪਾਂ ਇਸ ਰਸਤੇ ਨੂੰ ਅਪਣਾਉਣਾ ਹੈ, ਧਿਆਨ ਨੂੰ ਇਹ ਸਾਹਮਣੇ ਵਾਲਾ ਛੱਡ ਦੇਣਾ ਹੈ, ਇਸ ਰਸਤੇ ਨੂੰ ਦ੍ਰਿੜ ਕਰਨਾ ਹੈ। ਇਹ ਰਸਤਾ ਸਾਨੂੰ ਅੰਦਰ ਲੈ ਜਾਂਦਾ ਹੈ, ਇਹ ਰਸਤੇ ਇੱਧਰ ਨੂੰ ਅਸੀਂ ਬਾਹਰ ਚਲੇ ਜਾਂਦੇ ਹਾਂ ਅਤੇ ਇੱਧਰ ਨੂੰ ਜਾ ਕੇ ਆਪਾ ਖਤਮ ਹੋ ਜਾਂਦਾ ਹੈ। ਉਸ ਨੂੰ ਕਹਿੰਦੇ ਨੇ ਮਨ ਦਾ ਮਰਨਾ, ਮਨ ਪ੍ਰਕਾਸ਼ ਹੋ ਜਾਂਦਾ ਹੈ ਅਤੇ ਫਿਰ ਸਾਡਾ ਅਸਲੀ ਜੀਵਨ ਹੈ, ਕਿਉਂਕਿ ਪ੍ਰਕਾਸ਼ ਫਿਰ ਕਦੇ ਮਰਦਾ ਨਹੀਂ ਹੈ। ਪ੍ਰਕਾਸ਼ ਅਵਿਨਾਸੀ ਦੇ ਵਿੱਚ ਸਮਾ ਜਾਂਦਾ ਹੈ, ਫਿਰ ਅਸਲੀ ਜੀਵਨ ਹੈ। ਜਿਹੜੇ ਮਰਦੇ ਨਹੀਂ, ਗੁਰ ਦੇ ਗਿਆਨ ਦੁਆਰਾ ਉਹਨਾਂ ਦੇ ਕੋਲ ਜੁਗਤ ਨਹੀਂ ਹੈ, ਕਿਉਂਕਿ ਜੁਗਤ ਦੇ ਨਾਲ ਹੀ ਮਨ ਮਰਦਾ ਹੈ, ਗੁਰ ਦੇ ਨਾਲ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।